ਇਹ ਫੇਲ ਹੈ ਜੀ, ਬਿਲਕੁਲ ਬਿਲकुल ਨਿਕੰਮੇ ਨੇ। हाँ एक गल जरूर है भी इन्हां सारिਆਂ ਦੀਆਂ ਜਾਇਦਾਦਾਂ ਦਾ ਆਡਿਟ करा लो, ਤੁਹਾਨੂੰ देखो बड़े कामयाब होंगे। जिवें सुखबीर बादल वांगू कामयाब है पूरे, कांग्रेस के 5-7 विधायक सारे कामयाब है पूरे, बल्ले बल्ले 2-2 करोड़ ਦੀਆਂ ਗੱਡੀਆਂ ਇਹਨਾਂ ਕੋਲੇ। मैं ना कमाल है। शराब ਦੀ ਲੈ ਕੇ ਗੱਲ ਚੱਲਦੀ ਹੈ, ਸ਼ਰਾਬ ਦਾ ਕਦੇ ਰੈਵਨਿਊ ਨਹੀਂ ਹੋ ਰਿਹਾ। 2000 ਕਰੋੜ ਰੁਪਏ ਜਿਹੜਾ ਘਾਟਾ ਪਿਆ ਉਹ ਸੀਐਮ ਸਾਹਿਬ ਦੀ ਜ਼ਿੰਮੇਵਾਰੀ ਹੈ ਕਿ ਚੀਫ ਸੈਕਟਰੀ ਦੀ ਜ਼ਿੰਮੇਵਾਰੀ ਹੈ? ਦੋਹਾਂ ਦੀ ਜ਼ਿੰਮੇਵਾਰੀ ਹੈ, ਤੇ ਨਾਲ ਜਿਹੜੇ ਇਲਜ਼ਾਮ ਲਾਉਂਦੇ ਇਹਨਾਂ ਦੀ ਵੀ ਜ਼ਿੰਮੇਵਾਰੀ ਹੈ। ਇਹ ਸਰਕਾਰ 'ਚ ਬੈਠੇ ਜਿਹੜੇ ਇਲਜ਼ਾਮ ਲਾਉਣ ਵਾਲੇ, ਉਦੋਂ ਕਿਉਂ ਚੁੱਪ ਸੀ? ਇਹਦਾ ਮਤਲਬ ਉਦੋਂ ਹਿੱਸਾ ਮਿਲਦਾ ਸੀ, ਹੁਣ ਇਹਨਾਂ ਦਾ ਰੌਲਾ ਪੈ ਗਿਆ। ਬਾਂਦਰ ਵੰਡ ਤੇ ਰੌਲਾ ਪਿਆ। ਅਸਲ 'ਚ ਬਿਮਾਰੀ ਇਹ ਹੈ, ਹੋਰ ਨਹੀਂ ਗੱਲ ਕੋਈ। ਚੀਫ ਸੈਕਟਰੀ ਤੇ ਸੀਐਮ ਦੋਨੋਂ ਹੀ ਜ਼ਿੰਮੇਵਾਰ ਨੇ, ਫਿਰ ਸੀਐਮ ਦਾ ਵੀ ਅਸਤੀਫਾ ਕਿਉਂ ਨਹੀਂ ਮੰਗਦੇ ਪਏ ਜੇ ਚੀਫ ਸੈਕਟਰੀ ਕੋਲੋਂ ਕਹਿ ਦੇਣੇ ਐਫਆਈਆਰ ਦਰਜ ਹੋਵੇ? ਰਾਜਨੀਤੀ ਵਿੱਚ ਗੱਲਾਂ ਬੋਲ ਕੇ ਨਹੀਂ ਕੀਤੀਆਂ, ਇਹ ਸਮਝਾਈਆਂ ਜਾਂਦੀਆਂ। ਚੀਫ ਮਿਨਿਸਟਰ ਦੇ ਲਾਏ ਹੋਏ ਚੀਫ ਸੈਕਟਰੀ ਦੇ ਖਿਲਾਫ ਮਤਾ ਪਾ ਰਿਹਾ, ਇਹਦਾ ਮਤਲਬ ਉਹ ਸੀਐਮ ਤੋਂ ਅਸਤੀਫਾ ਮੰਗ ਰਹੇ ਆ। ਸਿੱਧਾ ਚੈਲੰਜ ਕੀਤਾ ਉਹਨਾਂ ਨੇ ਮੁੱਖ ਮੰਤਰੀ ਨੂੰ। ਹੁਣ ਜਾਂ ਤਾਂ ਮੁੱਖ ਮੰਤਰੀ ਆਪ ਹੱਥ ਜੋੜ ਦੇਵੇ, ਜਾਂ ਸਰਕਾਰ ਭੰਗ ਕਰ ਦੇਵੇ, ਜਾਂ ਚੀਫ ਸੈਕਟਰੀ ਬਦਲ ਦੇਵੇ, ਤੇ ਜਾਂ ਮੰਤਰੀ ਆਪਦੇ ਨਵੇਂ ਬਣਾ ਲੇ। ਸ਼ਰਾਬ ਬਿਨਾਂ ਬੰਦਾ ਮਰ ਜੂਗਾ? ਪਹਿਲਾਂ ਇਹਨਾਂ ਨੂੰ ਇਹ ਪੁੱਛਣਾ ਚਾਹੀਦਾ। ਬੰਦਾ ਨਹੀਂ ਮਰਦਾ, ਇਹ ਮਰਦੇ ਆ ਜਿਹੜੇ ਮੰਤਰੀ ਆ, ਇਹਨਾਂ ਦੇ ਹਿੱਸੇ ਆ ਠੇਕਿਆਂ ਨਾਲ। 2-4 ਐਮਐਲਏ ਆ, ਉਹ ਸਾਰਾ ਰੋਪੜ ਦੇ ਪਹਾੜ ਦੇ ਉੱਤੋਂ ਦੀ ਤੇ ਥੱਲੇ ਦਾ ਕੋਈ ਹੈ ਹੀ ਨਹੀਂ। ਰੇਤਾ ਰੂਤਾ ਸਾਰਾ ਖਾ ਗਏ, ਇਹ ਠੇਕੇ ਖਾ ਗਏ। ਆ ਕੇਬਲ ਦਾ ਵੇਖੋ, ਲਾਕਡਾਊਨ ਦੇ ਵਿੱਚ ਸਾਰਾ ਕੁਝ ਮਾਫ ਹੋ ਗਿਆ ਸੀ, ਰੁਕ ਗਿਆ ਸੀ। ਕੇਬਲ ਵਾਲਿਆਂ ਨੇ ਕਹਿੰਦੇ ਕਨੈਕਸ਼ਨ ਕੱਟ ਦਿਆਂਗੇ, ਹਾਲਾਂਕਿ ਬੰਦਿਆਂ ਨੇ ਲਾਕਡਾਊਨ ਜਿਹੜਾ 2 ਮਹੀਨੇ ਕੱਢਿਆ ਉਹ ਕੇਬਲ ਦੇ ਸਿਰ ਤੇ ਕੱਢਿਆ, ਕਹਿੰਦੇ ਪੈਸੇ ਭਰੋ। ਉਹ ਭਾਈ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਬਿਠਾਇਆ ਸੇਵਾ ਕਰਨ ਵਾਸਤੇ, ਤੇ ਤੁਸੀਂ ਆਪਦੇ ਮੇਵੇ ਪਿੱਛੇ ਰੌਲਾ ਪਾਈ ਜਾਂਦੇ ਹੋ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਸਿਆਸਤ ਨੂੰ ਲੈ ਕੇ ਮੰਤਰੀ ਤੇ ਅਫਸਰ ਆਮਨੋ ਸਾਹਮਣੇ ਆ ਗਏ ਨੇ, ਤਾਂ ਹੁਣ ਕਈ ਕਾਂਗਰਸ ਦੇ ਮੰਤਰੀਆਂ ਨੇ ਤੇ ਐਮਐਲਏ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਚੀਫ ਸੈਕਟਰੀ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੇ। ਇਹ ਪਹਿਲਾ ਮਾਮਲਾ ਨਹੀਂ ਹੈਗਾ। ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿ ਕਈ ਐਮਐਲਏ ਇਹੋ ਜਿਹੇ ਹੈਗੇ ਸੀ ਜਿਨ੍ਹਾਂ ਨੇ ਆਪਣੇ ਸਰਕਾਰ ਦੇ ਖਿਲਾਫ ਹੀ ਮੋਰਚਾ ਖੋਲ੍ਹ ਲਿਆ ਸੀ, ਤੇ ਉਸ ਵਿੱਚ ਸੀਐਮ ਸਾਹਿਬ ਕੋਲ ਸਵਾਲ ਕੀਤੇ ਗਏ ਸਨ ਕਿ ਜੇ ਸਾਡੀ ਅਫਸਰਾਂ ਨੇ ਸੁਣਨੀ ਹੀ ਨਹੀਂ ਤਾਂ ਅਸੀਂ ਐਮਐਲਏ ਕਾਹਤੋਂ ਹੈਗੇ ਆ। ਹੁਣ ਸਵਾਲ ਇੱਥੇ ਖੜਾ ਹੋ ਜਾਂਦਾ ਕਿ ਚੀਫ ਸੈਕਟਰੀ ਜਿਹੜੇ ਅਵਤਾਰ ਸਿੰਘ ਹੈਗੇ ਨੇ, ਕੀ ਵਾਕਈ ਹੀ ਉਹਨਾਂ ਦੀ ਅਫਸਰਾਂ ਨਾਲ ਬਣਦੀ ਨਹੀਂ, ਜਾਂ ਆਪਾਂ ਕਹਿ ਦਈਏ ਕਿ ਮੰਤਰੀਆਂ ਦੀ ਉਹਨਾਂ ਨਾਲ ਬੰਦੀ ਨਹੀਂ ਪਈ? ਸਾਡੇ ਕੁਲਤਾਰ ਸਿੰਘ ਸੰਧਵਾ ਨੇ, ਪਹਿਲਾਂ ਆਪਾਂ ਗੱਲਬਾਤ ਕਰਾਂਗੇ ਚੀਫ ਸੈਕਟਰੀ ਉੱਤੇ। ਕੁਲਤਾਰ ਜੀ, ਪਹਿਲਾ ਸਵਾਲ ਇਹੀ ਹੈ ਕਿ ਵਾਕਈ ਚੀਫ ਸੈਕਟਰੀ ਜਿਹੜੇ ਹੈਗੇ ਨੇ ਉਹ ਵਿਧਾਇਕਾਂ ਦੀ ਸੁਣਦੇ ਨਹੀਂ। ਆਪਾਂ ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਹੇ, ਜਿਵੇਂ ਤੁਸੀਂ ਆਮ ਆਦਮੀ ਪਾਰਟੀ ਦੇ ਹੋ, ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵੀ ਉੱਥੇ ਹੈਗੇ ਨੇ, ਕਾਂਗਰਸ ਪਾਰਟੀ ਦੇ ਵੀ ਹੈਗੇ ਨੇ, ਕਿ ਵਾਕਈ ਸਾਰੀਆਂ ਤਿੰਨਾਂ ਪਾਰਟੀਆਂ ਦੀ ਗੱਲ ਨਹੀਂ ਸੁਣਦੇ? ਇਹ ਦੇਖੋ, ਜੇ ਤਾਂ ਤੁਸੀਂ ਗੱਲ ਕਰਦੇ ਹੋ ਵੀ ਕਰਨ ਅਵਤਾਰ ਸਿੰਘ ਦੀ ਗੱਲ ਕਰਦੇ ਹੋ, ਕਰਨ ਅਵਤਾਰ ਸਿੰਘ PhD ਹੈ ਹਾਰਵਰਡ ਤੋਂ, ਬੜਾ ਪੜ੍ਹਿਆ ਲਿਖਿਆ ਬੰਦਾ। ਔਰ 1-2 ਵਾਰ ਅਸੀਂ ਮਤਲਬ ਲੋਕਾਂ ਦੇ ਕੰਮਾਂ ਖਾਤਰ ਮਿਲੇ ਆ, ਤੇ ਵਿਵਹਾਰ ਤਾਂ ਠੀਕ ਹੁੰਦਾ, ਗੱਲ ਕੰਮ ਕਰਨ ਦੀ ਹੈ। ਵਿਵਹਾਰ ਹੁਣ ਐਡੀ ਤਾਂ ਕੋਈ ਹਿਮਾਕਤ ਨਹੀਂ ਕਰ ਸਕਦਾ ਵੀ ਜਿਹੜਾ ਬੰਦਾ 2.25 ਲੱਖ ਲੋਕਾਂ ਨੇ ਚੁਣ ਕੇ ਭੇਜਿਆ ਹੋਵੇ ਉਹਦੇ ਨਾਲ ਕੋਈ ਬਦਤਮੀਜ਼ੀ ਕਰ ਲੇ। ਜੇ ਕੋਈ ਬਦਤਮੀਜ਼ੀ ਕਰਦਾ ਫਿਰ ਉਹਨੂੰ ਸਿੰਘਾਂ ਦੇ ਵੀ ਚੱਕ ਲਈਦਾ। ਤੇ ਵਿਵਹਾਰ ਤਾਂ ਠੀਕ, ਪਰ ਕੰਮ ਕੁੰਮ ਇਹਨਾਂ ਦੇ ਬਿਲਕੁਲ ਗੱਲਾਂ ਹੀ ਹੈ ਜੀ। ਦੇਖੋ, ਕਿਸੇ ਬੰਦੇ ਨੂੰ ਇਹਨਾਂ ਨੇ ਨੌਕਰੀ ਨਹੀਂ ਦਿੱਤੀ, ਸਰਕਾਰ ਨੇ ਦੇਣੀ ਸੀ ਨਾ। ਮੁੱਖ ਮੰਤਰੀ ਤੋਂ ਬਾਅਦ ਚੀਫ ਸੈਕਟਰੀ ਐਗਜ਼ੈਕਟਿਵ ਹੈਡ ਆ ਸਟੇਟ ਦਾ। ਹਾਲੇ ਤੱਕ ਜਿਹੜੇ ਸ਼ਗਨ ਸਕੀਮ 51-51 ਵਾਲੀਆਂ 3 ਸਾਲ ਹੋ ਗਏ, ਉਹ ਬੱਚੀਆਂ ਉਹਨਾਂ ਦੇ ਵਿਆਹ ਤੋਂ ਬਾਅਦ ਬੱਚੇ ਵੀ ਹੋ ਗਏ ਆ, ਉਹ ਉਡੀਕੀ ਜਾਂਦੀਆਂ। ਪੈਨਸ਼ਨ ਇਹਨਾਂ ਨੇ ਕਿਹਾ ਸੀ 2500 ਰੁਪਈਆ ਅਸੀਂ ਦੇਵਾਂਗੇ, ਉਹ 750 ਵੀ ਲੰਗੇ ਡੰਗ ਜਾਂਦੀ ਆ। ਮਤਲਬ ਫਾਰਮ ਕੋਈ ਫੜਦਾ ਨਹੀਂ, ਆਧਾਰ ਕਾਰਡ ਨਹੀਂ ਇਹਨਾਂ ਤੋਂ ਹਜੇ ਤਾਈਂ ਬਣੇ ਲੋਕਾਂ ਦੇ। ਸੋ ਇਹ ਇੱਥੋਂ ਪਤਾ ਲੱਗਦਾ ਬਿਊਰੋਕ੍ਰੇਸੀ ਔਰ ਸਰਕਾਰ ਦਾ, ਇਹਨਾਂ ਦਾ ਮੈਂਡੇਟ ਹੀ ਕੁਛ ਹੋਰ ਆ। ਸੇਵਾ ਕਰਨਾ ਤਾਂ ਮੈਂਡੇਟ ਹੈ ਹੀ ਨਹੀਂ। ਸੇਵਾ ਕਰਨਾ ਤਾਂ ਅਰਵਿੰਦ ਕੇਜਰੀਵਾਲ ਵਾਂਗੂ ਹੁੰਦਾ ਨਾ, ਉਹਨੇ 5-5 ਹਜ਼ਾਰ ਰੁਪਈਆ ਕਰਤੀ ਜੀ ਤੁਹਾਡੀ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਨ ਪੈਨਸ਼ਨ, ਕੋਵਿਡ-19 ਕਰਕੇ 5-5 ਹਜ਼ਾਰ ਰੁਪਈਆ ਉਹਨੇ ਟੈਕਸੀ ਵਾਲੇ ਜਿਹੜੇ ਡਰਾਈਵਰ ਹੈ, ਭਾਵੇਂ ਉਹ ਕਿਸੇ ਦੇ ਲੱਗਿਆ ਜਾਂ ਆਪਦੀ ਟੈਕਸੀ ਚਲਾਉਂਦਾ ਉਹਨੂੰ, ਜਾਂ ਕੋਈ ਬੱਸਾਂ ਦੇ ਡਰਾਈਵਰ ਆ, ਟਰੱਕਾਂ ਦੇ ਡਰਾਈਵਰ ਆ, ਉਹਨਾਂ ਨੂੰ ਦੇਤੇ। ਢਾਬਿਆਂ ਵਾਲਿਆਂ ਦਾ ਫਾਇਦਾ ਕਰਤਾ। ਬਿੱਲ ਜਿਹੜੇ ਰੋਕ ਤੇ ਬਿਜਲੀ ਦਾ ਬਿੱਲ 0 ਆ ਰਿਹਾ। ਇੱਥੇ ਬਿਜਲੀ ਦਾ ਬਿੱਲ ਐਵਰੇਜ ਤੇ ਦੇ ਰਿਹਾ ਵੀ ਪਿਛਲੇ ਸਾਲ ਜਿੰਨੀ ਐਵਰੇਜ ਸੀ, ਵੀ ਐਤਕੀ ਤਾਂ ਬੰਦ ਰਿਹਾ ਸਾਰਿਆਂ ਦਾ ਬਿਜ਼ਨਸ। ਕਿਸੇ ਦੀ ਦੁਕਾਨ ਜਿਹੜਾ ਸ਼ਹਿਰ ਦੇ ਵਿੱਚ ਖੁੱਲੀ ਨਹੀਂ ਵਿਚਾਰੇ ਦੀ, ਉਹਦਾ ਬਿੱਲ ਆ ਰਿਹਾ ਪਿਛਲੇ ਸਾਲ ਦੀ ਐਵਰੇਜ ਤੇ। ਉਹਦੇ ਮਾਲਕ ਮਕਾਨ ਤੇ ਕੋਈ ਇਹਨਾਂ ਨੇ ਕੋਈ ਹੁਕਮ ਨਹੀਂ ਕੀਤਾ ਸਰਕਾਰ ਨੇ ਵੀ ਭਾਈ ਕਿਰਾਇਆ ਨਾ ਮੰਗੋ। ਜਿਹੜੇ ਦੁਕਾਨ ਤਾਂ ਹੀ ਚੱਲਣੀ ਸੀ ਨਾ। ਹੋਟਲਾਂ ਵਾਲੇ ਵਿਚਾਰੇ ਬਾਰਬਰ ਆ ਜਿਹੜੇ, ਮਤਲਬ ਛੋਟੇ ਛੋਟੇ ਜਿਹੜੇ ਕੰਮ ਕਰਦੇ ਸੀ, ਉਹ ਸਾਰੇ ਟੰਗ ਤੇ ਇਹਦਾ ਫੇਲਰ। ਇਹਦੀ ਜ਼ਿੰਮੇਵਾਰੀ ਕਿਹਦੀ ਹੈ? ਜ਼ਿੰਮੇਵਾਰੀ ਤੇ ਚੀਫ ਸੈਕਟਰੀ ਔਰ ਚੀਫ ਮਿਨਿਸਟਰ ਦੀ ਹੈ ਨਾ। ਤਾਂ ਇਹਨਾਂ ਦੀ ਇਹ ਫੇਲ ਹੈ ਜੀ, ਬਿਲਕੁਲ ਨਿਕੰਮੇ ਨੇ। ਹਾਂ, ਇੱਕ ਗੱਲ ਜ਼ਰੂਰ ਹੈ ਵੀ ਇਹਨਾਂ ਸਾਰਿਆਂ ਦੀਆਂ ਜਾਇਦਾਦਾਂ ਦਾ ਆਡਿਟ ਕਰਾ ਲਓ,
ਤੁਹਾਨੂੰ ਦੇਖੋ ਬੜੇ ਕਾਮਯਾਬ ਹੋਣਗੇ, ਜਿਵੇਂ ਸੁਖਬੀਰ ਬਾਦਲ ਵਾਂਗੂ ਕਾਮਯਾਬ ਹੈ ਪੂਰੇ, ਜਿਵੇਂ ਸੁਖਬੀਰ ਬਾਦਲ ਕਾਮਯਾਬ ਹੈ ਨਾ ਜੀ, ਉਵੇਂ ਇਹ ਸਾਰੇ ਅਫਸਰ ਤੇ ਮੰਤਰੀ ਜਿਹੜੇ ਕੁਛ 3-4 ਮੰਤਰੀ ਆ, ਕਾਂਗਰਸ ਦੇ 5-7 ਵਿਧਾਇਕ ਆ, ਸਾਰੇ ਕਾਮਯਾਬ ਆ ਪੂਰੇ, ਬੱਲੇ ਬੱਲੇ 2-2 ਕਰੋੜ ਦੀਆਂ ਗੱਡੀਆਂ ਇਹਨਾਂ ਕੋਲੇ। ਮੈਂ ਨਾ ਕਮਾਲ ਆ। ਜਿਵੇਂ ਤੁਸੀਂ ਕਿਹਾ ਕਿ ਵਿਵਾਦ ਜਿਹੜਾ ਹੈਗਾ ਉਹ ਸਹੀ ਹੈ, ਪਰ ਕੰਮਕਾਰ ਦੇ ਤੁਸੀਂ ਸਵਾਲ ਉਠਾ ਰਹੇ ਹੋ ਵੀ ਕੰਮਕਾਰ ਜਿਹੜੇ ਹੈਗੇ ਉਹ ਦਿਖਾਈ ਨਹੀਂ ਕਿਤੇ ਦੇ ਰਹੇ। ਜੇ ਵਿਵਾਦ ਉਹਨਾਂ ਦਾ ਸਹੀ ਹੈ, ਫਿਰ ਜਿਹੜੇ ਕੈਪਟਨ ਦੇ ਆਪਦੇ ਮੰਤਰੀ ਹੈਗੇ ਨੇ, ਐਮਐਲਏ ਹੈਗੇ ਨੇ, ਫਿਰ ਉਹ ਉਂਗਲ ਕਿਉਂ ਚੁੱਕਦੇ ਨੇ ਚੀਫ ਸੈਕਟਰੀ ਦੇ? ਇੱਥੋਂ ਤੱਕ ਇਹ ਵੀ ਕਹਿ ਦਿੱਤਾ ਕਿ ਐਫਆਈ ਵੀ ਦਰਜ ਹੋਣੀ ਚਾਹੀਦੀ ਹੈ। ਸ਼ਰਾਬ ਦੀ ਲੈ ਕੇ ਗੱਲ ਚੱਲਦੀ ਹੈ, ਸ਼ਰਾਬ ਦਾ ਕਿਤੇ ਰੈਵਨਿਊ ਨਹੀਂ ਹੋ ਰਿਹਾ, 2000 ਕਰੋੜ ਰੁਪਏ ਜਿਹੜਾ ਘਾਟਾ ਪਿਆ ਉਹ ਸੀਐਮ ਸਾਹਿਬ ਦੀ ਜ਼ਿੰਮੇਵਾਰੀ ਹੈ ਕਿ ਚੀਫ ਸੈਕਟਰੀ ਦੀ ਜ਼ਿੰਮੇਵਾਰੀ ਹੈ? ਦੋਹਾਂ ਦੀ ਜ਼ਿੰਮੇਵਾਰੀ ਹੈ, ਤੇ ਨਾਲ ਜਿਹੜੇ ਇਲਜ਼ਾਮ ਲਾਉਂਦੇ ਇਹਨਾਂ ਦੀ ਵੀ ਜ਼ਿੰਮੇਵਾਰੀ ਹੈ। ਇਹ ਸਰਕਾਰ 'ਚ ਬੈਠੇ ਜਿਹੜੇ ਇਲਜ਼ਾਮ ਲਾਉਣ ਵਾਲੇ। ਅਸੀਂ ਜਦੋਂ ਤੋਂ ਸਰਕਾਰ ਬਣੀ ਉਦੋਂ ਤੋਂ ਕਹਿ ਰਹੇ ਵੀ ਲੀਕਰ ਕਾਰਪੋਰੇਸ਼ਨ ਬਣਾਓ, ਇੱਥੇ ਤੁਹਾਨੂੰ 5000 ਕਰੋੜ ਮਿਲਦਾ, ਉੱਥੇ ਘੱਟੋ ਘੱਟ 15-20 ਹਜ਼ਾਰ ਕਰੋੜ ਰੁਪਇਆ ਆਏਗਾ ਤੁਹਾਨੂੰ ਉਹਦੇ ਤੋਂ, ਜੇ ਕਾਰਪੋਰੇਸ਼ਨ ਬਣਾਉਂਦੇ। ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਜਦੋਂ ਦੀ ਸਰਕਾਰ ਬਣੀ ਹੈ, ਤੇ ਉਦੋਂ ਕਿਉਂ ਚੁੱਪ ਸੀ? ਇਹਦਾ ਮਤਲਬ ਉਦੋਂ ਹਿੱਸਾ ਮਿਲਦਾ ਸੀ। ਹੁਣ ਇਹਨਾਂ ਦਾ ਰੌਲਾ ਪੈ ਗਿਆ, ਬਾਂਦਰ ਵੰਡ ਤੇ ਰੌਲਾ ਪਿਆ। ਅਸਲ 'ਚ ਬਿਮਾਰੀ ਇਹ ਹੈ, ਹੋਰ ਨਹੀਂ ਗੱਲ ਕੋਈ। ਸੋ ਅੱਜ ਜਿਹੜਾ ਕਹਿੰਦੇ ਪਰਚਾ ਦਰਜ ਹੋਣਾ ਚਾਹੀਦਾ, CBI ਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਤੁਹਾਨੂੰ ਪਤਾ ਨਹੀਂ ਸੀ ਪਹਿਲਾਂ ਤੁਹਾਡੇ ਬੰਦਿਆਂ ਨੂੰ ਠੇਕੇ ਮਿਲੇ ਸੀ ਨਾ, ਇਸ ਕਰਕੇ ਚੁੱਪ ਸੀ ਤੁਸੀਂ। ਉਦੋਂ ਵੀ ਲੁੱਟ ਹੋ ਰਹੀ ਸੀ। ਮਨਪ੍ਰੀਤ ਬਾਦਲ ਆਪ ਕਹਿੰਦਾ 1000 ਕਰੋੜ ਦਾ ਇਸ ਵਾਰ ਘਾਟਾ ਪਿਆ, 600 ਕਰੋੜ ਦਾ ਪਿਛਲੇ ਸਾਲ ਪਿਆ। ਸੋ ਇਹ ਪਤਾ ਨਹੀਂ ਸੀ ਤੁਹਾਨੂੰ? ਸਭ ਪਤਾ ਸੀ। ਸੋ ਇਹ ਸਿਰਫ ਬਾਂਦਰ ਵੰਡ ਕਰਕੇ ਰੌਲਾ ਪਿਆ, ਹੋਰ ਕੋਈ ਗੱਲ ਨਹੀਂ। ਬਾਕੀ ਜਿਹੜੀ ਤੁਸੀਂ ਜ਼ਿੰਮੇਵਾਰੀ ਦੀ ਗੱਲ ਕਰਦੇ ਹੋ, ਬਿਲਕੁਲ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਦੇ ਵਿੱਚ ਕੌਣ ਹੁੰਦਾ? ਮੁੱਖ ਮੰਤਰੀ, ਮੰਤਰੀ ਮੰਡਲ ਤੇ ਚੀਫ ਸੈਕਟਰੀ। ਮੰਤਰੀ ਮੰਡਲ ਤਾਂ ਖੁਦ ਸਵਾਲ ਚੁੱਕਦੇ ਨੇ। ਹੁਣ ਤਾਂ ਕਈ ਮੰਤਰੀ ਸਾਹਮਣੇ ਵੀ ਆ ਗਏ ਨੇ, ਟਵੀਟ ਵੀ ਕਰਦੇ ਨੇ। ਟਵੀਟ ਬਾਅਦ ਚੱਲ ਗਈ ਹੈ ਪੂਰੇ ਪੰਜਾਬ ਦੇ ਕਾਂਗਰਸ ਦੇ ਆਪਸ ਦੇ ਵਿੱਚ ਹੀ। ਰਾਜਾ ਵੜਿੰਗ ਵੀ ਟਵੀਟ ਕਰਦੇ ਨੇ, ਕੱਲ੍ਹ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਟਵੀਟ ਕੀਤਾ ਵੀ ਕਿਤੇ ਨਾ ਕਿਤੇ ਜਾ ਕੇ ਕੁਐਸਚਨ ਮਾਰਕ ਕਿ ਸੀਐਮ ਤੇ ਵੀ ਲਗਾ ਦੇ ਨੇ। ਜਿਵੇਂ ਤੁਸੀਂ ਕਹਿ ਰਹੇ ਹੋ ਚੀਫ ਸੈਕਟਰੀ ਤੇ ਸੀਐਮ ਦੋਨੋਂ ਹੀ ਜ਼ਿੰਮੇਵਾਰ ਨੇ, ਫਿਰ ਸੀਐਮ ਦਾ ਫਿਰ ਅਸਤੀਫਾ ਕਿਉਂ ਨਹੀਂ ਮੰਗਦੇ ਪਏ ਜੇ ਚੀਫ ਸੈਕਟਰੀ ਕੋਲੋਂ ਕਹਿ ਦੇਣੇ ਐਫਆਈਆਰ ਦਰਜ ਹੋਵੇ? ਰਾਜਨੀਤੀ ਵਿੱਚ ਗੱਲਾਂ ਬੋਲ ਕੇ ਨਹੀਂ ਕੀਤੀਆਂ ਜਾਂਦੀਆਂ, ਇਹ ਸਮਝਾਈਆਂ ਜਾਂਦੀਆਂ। ਹੁਣ ਮੰਤਰੀ ਮੰਡਲ ਚੀਫ ਮਿਨਿਸਟਰ ਦੇ ਲਾਏ ਹੋਏ ਚੀਫ ਸੈਕਟਰੀ ਦੇ ਖਿਲਾਫ ਮਤਾ ਪਾ ਰਿਹਾ, ਇਹਦਾ ਮਤਲਬ ਉਹ ਸੀਐਮ ਤੋਂ ਅਸਤੀਫਾ ਮੰਗ ਰਹੇ ਆ। ਰਾਜਨੀਤੀ ਦੇ ਵਿੱਚ ਇਹ ਗੱਲ ਹੁੰਦੀ ਹੈ, ਇਹ ਅਸਤੀਫਾ ਮੰਗ ਹੀ ਰਹੇ ਆ। ਇਨਡਾਇਰੈਕਟ ਅਸਤੀਫਾ ਮੰਗਦੇ ਨੇ, ਡਾਇਰੈਕਟ ਮੰਗ ਰਹੇ ਆ। ਸਿੱਧਾ ਚੈਲੰਜ ਕੀਤਾ ਉਹਨਾਂ ਨੇ ਮੁੱਖ ਮੰਤਰੀ ਨੂੰ। ਹੁਣ ਜਾਂ ਤਾਂ ਮੁੱਖ ਮੰਤਰੀ ਆਪ ਹੱਥ ਜੋੜ ਦੇਵੇ, ਜਾਂ ਸਰਕਾਰ ਭੰਗ ਕਰ ਦੇਵੇ, ਜਾਂ ਚੀਫ ਸੈਕਟਰੀ ਬਦਲ ਦੇਵੇ, ਤੇ ਜਾਂ ਮੰਤਰੀ ਆਪਦੇ ਨਵੇਂ ਬਣਾ ਲਏ। ਆਹ ਹਾਲਾਤ ਹੈ, ਔਰ ਕਿੰਨੇ ਮੰਦਭਾਗੇ ਹਾਲਾਤ ਹੈ। ਅੱਜ ਦੇਖੋ ਪੰਜਾਬ ਦੇ ਵਿੱਚ ਭੁੱਖਮਰੀ ਫੈਲੀ ਹੋਈ ਹੈ। ਸਿਰਫ ਜੇ ਮਾੜਾ ਮੋਟਾ ਕੋਈ ਸਾਹ ਲੈ ਰਿਹਾ ਤਾਂ ਕਿਸਾਨ ਸਾਹ ਲੈ ਰਿਹਾ। ਜਿਹੜਾ ਮਿਡਲ ਕਲਾਸ ਸ਼ਹਿਰਾਂ ਦੇ ਵਿੱਚ ਬੈਠੀ ਹੈ ਉਹ ਆਤਮ ਹੱਤਿਆ ਕਰਨ 'ਤੇ ਮਜਬੂਰ ਨੇ। ਹੁਣ ਉਹਨਾਂ ਦਾ ਕੰਮਕਾਰ ਰੁਕ ਗਏ ਹੈ, ਹੈਲਥ ਸਰਵਿਸਿਜ਼ ਤੁਹਾਡੀਆਂ ਫੇਲ ਹੋ ਗਈਆਂ, ਡਾਕਟਰ ਹੱਥ ਨਹੀਂ ਲਾਉਂਦੇ, ਨਾ ਪ੍ਰਾਈਵੇਟ ਡਾਕਟਰ ਕੋਈ ਹੱਥ ਲਾਉਂਦਾ ਅਤੇ ਨਾ ਸਰਕਾਰੀ ਡਾਕਟਰ ਹੱਥ ਲਾਉਂਦਾ ਕਿਸੇ ਨੂੰ। ਅਤੇ ਤੁਸੀਂ ਕਰੋਗੇ ਕੀ? ਤੁਹਾਡੇ ਪੱਲੇ ਕੀ ਰਿਹਾ? ਉਹ ਤੁਸੀਂ ਤਾਂ ਇਹਨਾਂ ਚੀਜ਼ਾਂ ਬਾਰੇ ਸੋਚਣਾ ਸੀ, ਹੁਣ ਤੁਸੀਂ ਆਹ ਰੌਲਾ ਕਾਮਾ ਰੌਲੀ ਪਾ ਕੇ ਬਹਿ ਗਏ ਹੋ। ਇਹ ਲੱਗਦਾ ਕਿ ਵੀ ਸਰਕਾਰ ਹੈ? ਇਹ ਤਾਂ ਬਿਲਕੁਲ ਸਹੀ ਕਿਹਾ ਭਗਵੰਤ ਮਾਨ ਹੋਰਾਂ ਨੇ। ਇਹ ਤਾਂ ਕ੍ਰਿਕਟ ਦੀ ਉਹ ਬਿਨਾਂ ਕੈਪਟਨ ਵਾਲੀ ਮੁਹੱਲਾ ਟੀਮ ਹੈ, ਹਰੇਕ ਆਪਦੀ ਮਰਜ਼ੀ ਕਰੀ ਜਾਂਦਾ। ਉਹ ਭਾਈ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਬਿਠਾਇਆ ਸੇਵਾ ਕਰਨ ਵਾਸਤੇ, ਤੇ ਤੁਸੀਂ ਆਪਦੇ ਮੇਵੇ ਪਿੱਛੇ ਰੌਲਾ ਪਾਈ ਜਾਂਦੇ ਹੋ। ਇਹ ਤਾਂ ਮੇਵਾ ਖਾਣ ਵਾਲੀ ਸਰਕਾਰ ਹੈ ਜੀ, ਸੇਵਾ ਵਾਲੀ ਤਾਂ ਸਰਕਾਰ ਹੈ ਹੀ ਨਹੀਂ ਹੈ। ਜਿਹੜਾ ਘਰ ਵਿੱਚ ਸ਼ਰਾਬ ਦੀ ਡਿਲੀਵਰੀ ਕਰਨੀ ਸੀ, ਹੁਣ ਉਸ ਤੋਂ ਬਾਅਦ ਇਹਨਾਂ ਨੇ ਫੈਸਲਾ ਲੈ ਲਿਆ ਕਿ ਨਹੀਂ ਹੋਏਗੀ ਡਿਲੀਵਰੀ ਸ਼ਰਾਬ ਦੀ। ਫਿਰ ਤੁਹਾਨੂੰ ਕੀ ਲੱਗਦਾ ਵੀ ਇੱਥੇ ਵੀ ਕਿਤੇ ਨਾ ਕਿਤੇ ਸਿਆਸਤ ਚੱਲਦੀ ਰਹੀ? ਕਿਉਂਕਿ ਇੱਥੇ ਵੀ ਕਿਹਾ ਜਾ ਰਿਹਾ ਸੀ ਕਿ ਘਰ ਵਿੱਚ ਰੋਟੀ ਪਹੁੰਚਾਉਣ ਦੀ ਜ਼ਿੰਮੇਵਾਰੀ ਹੈਗੀ ਸਰਕਾਰ ਦੀ, ਨਾ ਕਿ ਸ਼ਰਾਬ ਪਹੁੰਚਾਉਣ ਦੀ। ਇਹ ਤਾਂ ਗੱਲ ਬਿਲਕੁਲ ਸਹੀ ਹੈ ਵੀ ਸ਼ਰਾਬ ਬਿਨਾਂ ਬੰਦਾ ਮਰ ਜੂਗਾ। ਪਹਿਲਾਂ ਇਹਨਾਂ ਨੂੰ ਇਹ ਪੁੱਛਣਾ ਚਾਹੀਦਾ। ਬੰਦਾ ਨਹੀਂ ਮਰਦਾ, ਇਹ ਮਰਦੇ ਆ ਜਿਹੜੇ ਮੰਤਰੀ ਆ, ਇਹਨਾਂ ਦੇ ਹਿੱਸੇ ਆ ਠੇਕਿਆਂ ਨਾਲ, ਸਰਕਾਰ ਦੇ ਅਫਸਰ ਆ। ਹੁਣ ਤਾਂ ਰਾਜਾ ਵੜਿੰਗ ਨੇ ਵੀ ਇਲਜ਼ਾਮ ਲਾਤਾ ਵੀ ਇਹਦੇ ਮੁੰਡੇ ਦਾ ਚੀਫ ਸੈਕਟਰੀ ਦਾ ਕੋਈ ਹਿੱਸਾ ਸੀ। ਵੀ ਭਾਈ ਤੈਨੂੰ ਹੁਣ ਪਤਾ ਲੱਗਿਆ, ਤੂੰ ਸਰਕਾਰ ਦੇ ਵਿੱਚ ਸੀ ਤੇ ਤੁਸੀਂ ਪਹਿਲਾਂ ਕਿਉਂ ਨਹੀਂ ਇਹ ਕੀਤਾ? ਤੁਸੀਂ ਪਹਿਲਾਂ ਹੀ ਪਰਚਾ ਦਿਓ ਉਹਦੇ ਤੇ, ਮੁੰਡੇ ਤੇ। ਚੀਫ ਸੈਕਟਰੀ ਨੇ ਜੇ ਕੋਈ ਗਲਤ ਕੀਤਾ, ਚੀਫ ਸੈਕਟਰੀ ਤੇ ਪਰਚਾ ਦਿਓ। ਤੁਸੀਂ ਮੰਗ ਕਰ ਰਹੇ ਹੋ ਲੈ, ਉਹ ਇਹ ਤਾਂ ਗੱਲ ਆਪੋਜੀਸ਼ਨ ਵਾਲੀ ਹੁੰਦੀ। ਸਾਨੂੰ ਬਿਠਾਓ ਸਰਕਾਰ 'ਚ, ਫਿਰ ਤੁਸੀਂ ਮੰਗਾਂ ਕਰੀ ਜਾਓ, ਅਸੀਂ ਕਰਕੇ ਦਿਖਾਵਾਂ ਕੰਮ ਕਰਨਾ ਤਾਂ ਅਰਵਿੰਦ ਕੇਜਰੀਵਾਲ ਤੋਂ ਸਿੱਖੋ। ਤੁਹਾਡੇ ਕੋਲੋਂ ਕੁਛ ਨਹੀਂ ਹੋਣਾ। ਤੁਸੀਂ ਤਾਂ ਸਿਰਫ ਜ਼ਿਆਦਾ ਲੋਕਾਂ ਨੂੰ ਲੁੱਟ ਸਕਦੇ ਹੋ, ਆਪਦੀਆਂ ਜੇਬਾਂ ਭਰ ਸਕਦੇ ਹੋ, 2-2 ਕਰੋੜ ਦੀਆਂ ਗੱਡੀਆਂ 'ਤੇ ਰਹਿ ਸਕਦੇ ਹੋ, ਅਤੇ ਜਾਂ ਫਿਰ ਇੱਕ ਦੂਜੇ ਦੀ ਬੇਇੱਜ਼ਤੀ ਕਰ ਸਕਦੇ ਹੋ। ਕਦੇ ਅਫਸਰਾਂ ਦੀ ਕਰਤੀ, ਕਦੇ ਆਪਦੀ ਕਰਾ ਲਈ। ਕਾਰਨ ਉਹ ਜੇ ਤੁਸੀਂ ਲੋਕਾਂ ਪਿੱਛੇ ਬੇਇੱਜ਼ਤੀ ਕਰਾਓ, ਲੋਕਾਂ ਪਿੱਛੇ ਰੌਲਾ ਪਾਓ, ਇਹ ਤਾਂ ਤੁਹਾਡੀ ਮੰਨੀਏ। ਤੁਸੀਂ ਸਿਰਫ ਆਪਦੇ ਨਿੱਜੀ ਹਿੱਤਾਂ ਖਾਤਰ ਇੰਨਾ ਕੁਛ ਕਰ ਰਹੇ ਹੋ। ਪੰਜਾਬ ਦਾ ਸਾਰੀ ਦੁਨੀਆ ਜਲੂਸ ਕੱਢਦਾ ਇਹਨਾਂ ਨੇ। ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਅਵਤਾਰ ਸਿੰਘ ਦਾ ਵੀ ਹੁਣ ਜਿਹੜਾ ਹੈਗਾ ਉਹਨਾਂ ਨੇ ਵਿਭਾਗ ਲੈ ਲਿਆ ਵਾਪਸ, ਸੀਐਮ ਸਾਹਿਬ ਨੇ। ਤੁਹਾਨੂੰ ਲੱਗਦਾ ਕਿ ਮੰਤਰੀਆਂ ਦੇ ਦਬਾਅ ਦੇ ਕਾਰਨ ਹੀ ਵਿਭਾਗ ਵਾਪਸ ਲਿਆ ਗਿਆ? ਸ਼ੁਕਰ ਆ ਕਦੇ ਮੰਤਰੀਆਂ ਦਾ ਦਬਾਅ ਵੀ ਹੋਇਆ। ਇਹ ਫਿਰ ਚੱਲਦਾ ਹੀ ਕੁਝ ਹੋਰ ਸੀਗਾ। 2-4 MLA ਆ, ਉਹ ਸਾਰਾ ਰੋਪੜ ਦੇ ਪਹਾੜ ਦੇ ਉੱਤੋਂ ਦੀ ਨੇ, ਥੱਲੇ ਤਾਂ ਕੁਝ ਹੈ ਹੀ ਨਹੀਂ। ਰੇਤਾ ਰੂਤਾ ਸਾਰਾ ਖਾ ਗਏ ਇਹ।
ਠੇਕੇ ਖਾ ਗਏ। ਆ ਕੇਬਲ ਦਾ ਵੇਖੋ, ਐਡਾ ਵੱਡਾ ਮਤਲਬ ਲੋਕਡਾਊਨ ਦੇ ਵਿੱਚ ਸਾਰਾ ਕੁਝ ਮਾਫ ਹੋ ਗਿਆ ਸੀ, ਰੁਕ ਗਿਆ ਸੀ। ਕੇਬਲ ਵਾਲਿਆਂ ਨੇ ਕਹਿੰਦੇ ਕਨੈਕਸ਼ਨ ਕੱਟ ਦਿਆਂਗੇ। ਹਾਲਾਂਕਿ ਬੰਦਿਆਂ ਨੇ ਲੋਕਡਾਊਨ ਜਿਹੜਾ 2 ਮਹੀਨੇ ਕੱਢਿਆ, ਉਹ ਕੇਬਲ ਦੇ ਸਿਰ 'ਤੇ ਕੱਢਿਆ, ਕਹਿੰਦੇ ਪੈਸੇ ਭਰੋ। ਤਾਂ ਉਹਦਾ 3000 ਕਰੋੜ ਦਾ ਐਡਾ ਵੱਡਾ ਮਤਲਬ ਉਹਦੇ 'ਚ ਘਪਲਾ ਹੋ ਰਿਹਾ। ਇਹ ਸਾਰੀ ਘਪਲੇਬਾਜ਼ੀ ਹੋ ਰਹੀ ਹੈ ਜੀ। ਔਰ ਘਪਲੇਬਾਜ਼ੀ ਦੇ ਕਰਕੇ ਇਹਨਾਂ ਦਾ ਆਪਸ 'ਚ ਰੌਲਾ ਪੈ ਗਿਆ। ਮੰਤਰੀ ਮੰਡਲ ਦਾ ਦਬਾਅ ਮੈਂ ਮੰਨ ਲੈਣਾ, ਪਰ ਸੀਐਮ ਹਜੇ ਵੀ ਪਿੱਛੇ ਹਟਿਆ ਨਹੀਂ ਹੈ। ਉਹ ਤਾਂ ਪਹਿਲੇ ਦਿਨ ਹੀ ਜਿੱਦੇ ਮੰਤਰੀ ਕੌਣ, ਸੀਐਮ ਕਿਹਨਾਂ ਸਿਰ 'ਤੇ ਹੁੰਦਾ? ਮੰਤਰੀ ਮੰਡਲ ਦੇ ਸਿਰ 'ਤੇ ਹੁੰਦਾ ਨਾ ਜੀ। ਇਹ ਇੱਕ ਦੂਜੇ ਦੇ ਪੂਰਕ ਹੁੰਦੇ ਆ। ਜਦੋਂ ਮੰਤਰੀ ਮੰਡਲ ਨੇ ਕਹਿਤਾ ਤੇ ਤੁਸੀਂ ਬਦਲ ਦਿਓ, ਕੀ ਜਾਂਦਾ? ਲੇਕਿਨ ਸੀਐਮ ਨੇ ਬਦਲਿਆ ਨਹੀਂ, ਕਿਉਂਕਿ ਸੀਐਮ ਦੇ ਵੀ ਜਿਹੜੇ ਖੱਡਾਂ ਖੁੱਡਾਂ ਦੇ ਹਿਸਾਬ ਕਿਤਾਬ ਆ, ਮੈਨੂੰ ਲੱਗਦਾ ਇਹਦੇ ਕੋਲੇ ਹੋਣਗੇ, ਤਾਂ ਨਹੀਂ ਬਦਲਿਆ। ਜਿਸ ਤਰੀਕੇ ਨਾਲ ਹੁਣ ਕੱਲ ਹਰਪਾਲ ਚੀਮਾ ਦਾ ਵੀ ਬਿਆਨ ਆਇਆ, ਆਮ ਆਦਮੀ ਪਾਰਟੀ ਦੇ ਐਲਓਪੀ ਤੁਹਾਡੀ ਪਾਰਟੀ ਦੇ ਹੈਗੇ ਨੇ, ਉਹਨਾਂ ਨੇ ਗੱਲ ਸਾਫ਼ ਕਹੀ ਹੈ ਕਿ ਸੈਟਿੰਗ ਨਹੀਂ ਹੋ ਰਹੀ, ਅਫਸਰਾਂ ਤੇ ਮੰਤਰੀਆਂ ਦੇ ਵਿੱਚ ਸੈਟਿੰਗ ਨਹੀਂ ਹੋ ਰਹੀ, ਤਾਂ ਆਮਨੇ ਸਾਹਮਣੇ ਜਿਹੜੀ ਇਹ ਜ਼ੁਬਾਨੀ ਜੰਗ ਸਾਹਮਣੇ ਆ ਗਈ ਹੈ। ਫਿਰ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਸਹੀ ਕਿਹਾ? ਹਰਪਾਲ ਸਿੰਘ ਚੀਮਾ ਇੱਕ ਵਕੀਲ ਨੇ, 2-3 ਵਾਰ ਉੱਥੋਂ ਦੀ ਬਾਰ ਦੇ ਪ੍ਰਧਾਨ ਰਹਿ ਚੁੱਕੇ ਆ। ਐਡਾ ਪੜ੍ਹਿਆ ਲਿਖਿਆ ਲੀਡਰ ਤਾਂ ਕੋਈ ਹੈ ਹੀ ਨਹੀਂ। ਉਹ ਵਕੀਲ ਤਾਂ ਗਲਤ ਗੱਲ ਕਹਿੰਦਾ ਹੀ ਨਹੀਂ ਨੇ ਕਦੇ, ਮੇਰੇ ਵਰਗਾ ਤਾਂ ਕਹਿ ਸਕਦਾ ਕਿਤੇ। ਵਕੀਲ ਬਿਨਾਂ ਤੱਥਾਂ ਦੇ ਗੱਲ ਨਹੀਂ ਕਰਦਾ। ਸੋ ਬਿਲਕੁਲ ਸਹੀ ਕਿਹਾ ਉਹਨਾਂ ਨੇ। ਇਹਨਾਂ ਦਾ ਸਿਰਫ ਤੇ ਸਿਰਫ ਸ਼ਰਾਬ ਦੇ ਠੇਕੇਦਾਰਾਂ ਨਾਲ ਹਿੱਸਾ ਪੱਤੀ ਸੀ, ਉਹਦੀ ਐਡਜਸਟਮੈਂਟ ਨਹੀਂ ਹੋਈ। ਕਿਉਂਕਿ ਗੱਲ ਇਹ ਵੀ ਸ਼ਰਾਬ ਦੇ ਠੇਕੇਦਾਰਾਂ ਦੇ ਮਹਿਲ ਬਣ ਰਹੇ ਆ, ਇਹਨਾਂ ਐਮਐਲਏਆਂ ਦੇ ਮਹਿਲ ਬਣ ਰਹੇ ਆ, ਮੰਤਰੀਆਂ ਦੇ ਮਹਿਲ ਬਣ ਰਹੇ ਆ, ਤੇ ਆਮ ਬੰਦੇ ਦਾ ਕੌਲਾ ਨਹੀਂ ਲਿਪਿਆ ਗਿਆ। ਕੀ ਕਰ ਲਵੀ? ਸੋ ਇਹ ਬਿਲਕੁਲ ਇਹਨਾਂ ਦੀ ਸੈਟਿੰਗ ਨਾ ਹੋਣ ਕਰਕੇ ਹੋਇਆ। ਜਿਸ ਤਰੀਕੇ ਹੁਣ ਜੰਗ ਚੱਲ ਰਹੀ, ਮੇਰਾ ਇੱਕ ਆਖਰੀ ਸਵਾਲ ਹੈ ਕਿ ਜਿਸ ਤਰੀਕੇ ਹੁਣ ਜ਼ੁਬਾਨੀ ਜੰਗ ਚੱਲ ਰਹੀ ਹੈ, ਮੰਤਰੀਆਂ ਜਾਂ ਅਫਸਰ ਦੇ ਖਿਲਾਫ ਇੱਕ ਦੂਜੇ ਨਾਲ ਖਿਲਾਫ ਆਰੋਪ ਲਗਾ ਰਹੇ ਨੇ ਕਿ ਸਾਡੀ ਸੁਣਵਾਈ ਨਹੀਂ ਹੁੰਦੀ। ਹੁਣ ਕਈ ਮੰਤਰੀ ਜਿਵੇਂ ਟਵੀਟ ਕਰਕੇ ਕਹਿ ਰਹੇ ਨੇ, ਰਾਜਾ ਵੜਿੰਗ ਨੇ ਸ਼ੁਰੂਆਤ ਕੀਤੀ ਸੀ ਇਸ ਚੀਜ਼ ਨੂੰ ਲੈ ਕੇ ਵੀ ਜਿਹੜਾ ਸ਼ਰਾਬ ਦੇ ਜਿਹੜਾ ਰੈਵਨਿਊ ਹੈਗਾ ਉਸ ਉੱਪਰ ਕੋਈ ਨਾ ਕੋਈ ਮੀਟਿੰਗ ਹੋਣੀ ਚਾਹੀਦੀ ਜਾਂ ਕੋਈ ਨਾ ਕੋਈ ਜਾਂਚ ਹੋਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਜੇ ਜਾਂਚ ਹੁੰਦੀ ਹੈ ਤੇ ਇਸ ਵਿੱਚ ਘਪਲੇ ਬਾਹਰ ਆ ਸਕਦੇ ਨੇ? ਦੇਖੋ ਜੀ, ਇਹ ਟਵੀਟ ਕਰਨਾ, ਮੰਗ ਕਰਨੀ, ਧਰਨਾ ਦੇਣਾ, ਇਹ ਸਾਡੇ ਵਾਲਾ ਕੰਮ ਹੈ। ਇਹ ਆਪੋਜੀਸ਼ਨ ਦੀ ਡਿਊਟੀ ਹੁੰਦੀ ਹੈ। ਅਤੇ ਹੁਣ ਇਹਨਾਂ ਨੇ ਲੋਕਾਂ ਨੂੰ ਦੱਸਤਾ ਵੀ ਸਰਕਾਰ ਤਾਂ ਸਿਰਫ ਇਕੱਲੀ ਉਹ ਮੁੱਖ ਮੰਤਰੀ ਦੀ, 2-4 ਐਮਐਲਏਆਂ ਦੀ ਅਤੇ ਅਫਸਰਾਂ ਦੀ ਹੈ, ਅਤੇ ਬਾਕੀ ਸਾਰੇ ਆਪੋਜੀਸ਼ਨ ਵਾਲੇ ਹੀ ਆ। ਹੁਣ ਤੁਹਾਨੂੰ ਲੱਗਦਾ ਵੀ ਕਾਂਗਰਸ ਦੀ ਪਾਰਟੀ ਵਿੱਚ ਹੀ ਕਾਂਗਰਸ ਦੇ ਲੋਕ ਹੋ ਗਏ ਨੇ ਮੰਤਰੀ? ਬਿਲਕੁਲ, ਕਾਂਗਰਸ ਤਾਂ ਮਤਲਬ ਖੱਖੜੀਆਂ ਹੋ ਗਈ ਜੀ, ਖੱਖੜੀਆਂ। ਇਹ ਇਹਨਾਂ ਨੇ ਸਿਰਫ ਆਪਦਾ ਘਰ ਦੀ ਨਾ, ਲੋਕਾਂ ਨੇ ਜਿਹਨਾਂ ਨੇ ਡਿਊਟੀ ਲਾਈ ਉਹਨਾਂ ਦੀ ਗੱਲ ਨਹੀਂ ਦੇਖਦੇ ਜੀ। ਕਿਤੇ ਲੋਕਾਂ ਬਾਰੇ ਸੋਚਦੇ ਹੁੰਦੇ ਤਾਂ ਐਡਾ ਜਲੂਸ ਇਹਨਾਂ ਨੇ ਕੱਢਣਾ ਹੀ ਨਹੀਂ ਸੀ। ਉਹਨਾਂ ਨੇ ਅੱਜ ਤੋਂ ਸਕੀਮਾਂ ਬਣਾਉਣੀਆਂ ਸੀ ਵੀ ਭਾਈ ਪੈਨਸ਼ਨ 2500 ਰੁਪਏ ਕਿਵੇਂ ਦੇਣੀ ਹੈ, ਘਰ ਘਰ ਰਾਸ਼ਨ ਕਿਵੇਂ ਪਹੁੰਚਾਉਣਾ ਹੈ, ਸ਼ਗਨ ਸਕੀਮ ਕਿਵੇਂ ਦੇਣੀ ਹੈ, ਜਿਹੜੇ ਦਫ਼ਤਰਾਂ ਦੇ ਵਿੱਚ ਲੁੱਟ ਖਸੁੱਟ ਹੁੰਦੀ ਆ, ਪੁਲਿਸ ਵਾਲੇ ਪੈਸੇ ਲੈਂਦੇ ਆ ਲੋਕਾਂ ਤੋਂ, ਉਹਨਾਂ ਚੀਜ਼ਾਂ ਨੂੰ ਕਿਵੇਂ ਰੋਕਣਾ। ਉਹ ਤਾਂ ਰੁਕੀਆਂ ਨਹੀਂ, ਆਪਸ 'ਚ ਰੌਲਾ ਪਾਉਣ ਲੱਗ ਪਏ ਲੋਕ। ਬੜਾ ਮੰਦਭਾਗਾ ਜੀ, ਬਹੁਤ ਮਾੜਾ, ਬਹੁਤ ਹੀ ਮਾੜਾ। ਆਨਰੇਬਲ ਸੀਐਮ ਸਾਹਿਬ ਨੂੰ ਚਾਹੀਦਾ ਵੀ ਆਪਦੇ ਮੰਤਰੀ ਮੰਡਲ ਨੂੰ ਨਾਲ ਲੈ ਕੇ ਅਫਸਰਾਂ ਨੂੰ ਦੱਸਣ ਵੀ ਸਰਕਾਰ ਐਮਐਲਏ, ਮੰਤਰੀ ਤੇ ਮੁੱਖ ਮੰਤਰੀ ਹੁੰਦਾ, ਤੁਸੀਂ ਸਰਕਾਰ ਦੇ ਸੇਵਕ ਹੋ, ਆਹ ਚੀਜ਼ ਦੱਸਣ ਦੀ ਲੋੜ ਆ। ਇਹ ਦੱਸੀ ਨਹੀਂ ਗਈ ਇਹਨਾਂ ਤੋਂ, ਇਹਨਾਂ ਨੇ ਉਹਨਾਂ ਨੂੰ ਰਾਜੇ ਬਣਾਤਾ। ਇਸ ਨੂੰ ਸਾਡੇ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਨੇ ਦੱਸਿਆ ਕਿ ਚੀਫ ਸੈਕਟਰੀ ਇਹਨਾਂ ਦਾ ਵਿਵਹਾਰ ਠੀਕ ਹੈ ਕਿਉਂਕਿ ਇਹ ਵੀ ਮਿਲਦੇ ਜੁਲਦੇ ਰਹਿੰਦੇ ਨੇ, ਪਰ ਹੋ ਸਕਦਾ ਹੈ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸੈਟਿੰਗ ਨਹੀਂ ਹੋ ਰਹੀ ਕਿਤੇ ਅਫਸਰਾਂ ਤੇ ਵਿਧਾਇਕਾਂ ਦੇ ਵਿੱਚ, ਪਰ ਹੁਣ ਅੱਗੇ ਜਾ ਕੇ ਦੇਖਾਂਗੇ। ਇੱਕ ਟਵੀਟ ਛਿੜ ਗਿਆ ਕਾਂਗਰਸ ਪਾਰਟੀ ਦੇ ਆਪਸ ਦੇ ਵਿੱਚ, ਇੱਕ ਦੂਜੇ ਨੂੰ ਟਵੀਟ ਕਰਕੇ ਕਹਿ ਰਹੇ ਨੇ ਸੀਐਮ ਸਾਹਿਬ ਨੂੰ ਕਿ ਕਿਤੇ ਨਾ ਕਿਤੇ ਜਾ ਕੇ ਜਾਂਚ ਹੋਣੀ ਚਾਹੀਦੀ ਹੈ, ਇੱਥੋਂ ਤੱਕ ਕਿ ਦੇ ਐਫਆਈਆਰ ਦਰਜ ਕਰਨ ਦੀ ਵੀ ਗੱਲ ਕਹਿ ਦਿੱਤੀ ਹੈ। ਤਾਂ ਦੂਸਰੇ ਪਾਸੇ ਸਾਰੀ ਜਿਹੜੀ ਰਿਪੋਰਟ ਹੈ ਐਮਐਲਏ ਦੀ, ਉਹ ਲੈ ਕੇ ਸੁਨੀਲ ਜਾਖੜ ਜਿਹੜੇ ਹੈਗੇ ਨੇ ਸੀਐਮ ਸਾਹਿਬ ਨੂੰ ਸੌਂਪਣਗੇ। ਪਰ ਸਵਾਲ ਹੈ ਕਿ ਸਿਰਫ ਸੌਂਪਣ ਤੱਕ ਹੀ ਗੱਲ ਸੀਮਤ ਰਹਿ ਜਾਏਗੀ ਕਿ ਅੱਗੇ ਕੋਈ ਕਾਰਵਾਈ ਵੀ ਹੋਏਗੀ?